ਸਤਿ ਸ੍ਰੀ ਅਕਾਲ ਅਤੇ ਇਸ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਵੇਖਾਂਗੇ OFC ਟ੍ਰੇਨਰ ਕਿਟ ਦੀ ਵਰਤੋਂ ਕਰਕੇ ਅਸੀਂ ਆਪਣੀਆਂ ਆਵਾਜ਼ਾਂ ਨੂੰ ਰੇਡੀਓ ਸਿਗਨਲਸ ਵਿੱਚ ਅਤੇ ਦੁਬਾਰਾ ਵਾਪਸ ਆਵਾਜ਼ ਵਿੱਚ ਕਿਵੇਂ ਬਦਲ ਸਕਦੇ ਹਾਂ। ਇਹ ਸਾਡੇ ਸ਼ਬਦਾਂ ਨੂੰ ਇਨਵਿਜ਼ੀਬਲ ਵੇਵਸ ਵਿੱਚ ਬਦਲਦਾ ਹੈ ਜੋ ਹਵਾ ਵਿੱਚੋਂ ਲੰਘਦੀਆਂ ਹਨ ਅਤੇ ਫਿਰ ਉਹਨਾਂ ਨੂੰ ਵਾਪਸ ਸਾਊਂਡ ਵਿੱਚ ਬਦਲ ਦਿੰਦਾ ਹੈ। ਆਓ ਇਸ ਬਾਰੇ ਪੜ੍ਹੀਏ ਅਤੇ ਵੇਖੀਏ ਕਿ ਇਹ ਸਭ ਕਿਵੇਂ ਕੰਮ ਕਰਦਾ ਹੈ। ਉਦੇਸ਼ ਇਸ ਸੈਸ਼ਨ ਦੇ ਅੰਤ 'ਚ ਤੁਸੀਂ ਇਹ ਕਰ ਸਕੋਗੇ। ਫ੍ਰੀਕੁਐਂਸੀ ਮਾਡੂਲੇਸ਼ਨ ਤੇ ਡੀਮਾਡੂਲੇਸ਼ਨ ਦੀ ਵਿਸਥਾਰ 'ਚ ਵਿਆਖਿਆ ਕਰਨਾ ਅਤੇ ਵੌਇਸ ਲਿੰਕ ਦੁਆਰਾ OFC ਟ੍ਰੇਨਰ ਕਿਟ ਦੀ ਵਰਤੋਂ ਕਰਦੇ ਹੋਏ ਫ੍ਰੀਕੁਐਂਸੀ ਮਾਡੂਲੇਸ਼ਨ ਅਤੇ ਡੀਮਾਡੂਲੇਸ਼ਨ ਬਾਰੇ ਦੱਸਣਾ। ਡੀਮਾਡੂਲੇਸ਼ਨ ਨੂੰ ਇੱਕ ਮਾਡੂਲੇਟਿਡ ਕੈਰੀਅਰ ਵੇਵ ਤੋਂ ਅਸਲ ਇਨਫੋਰਮੇਸ਼ਨ ਕੈਰਿੰਗ ਸਿਗਨਲ ਨੂੰ ਐਕਸਟ੍ਰੈਕਟ ਕਰਨ ਵਜੋਂ ਪ੍ਰਭਾਸ਼ਿਤ ਕੀਤਾ ਗਿਆ ਹੈ। ਡੀਮਾਡੂਲੇਟਰ ਇੱਕ ਇਲੈਕਟ੍ਰੋਨਿਕ ਸਰਕਿਟ ਹੁੰਦਾ ਹੈ ਜੋ ਮੁੱਖ ਤੌਰ ਤੇ ਮਾਡੂਲੇਟਿਡ ਕੈਰੀਅਰ ਵੇਵ ਤੋਂ ਇਨਫੋਰਮੇਸ਼ਨ ਕੰਟੈਂਟ ਨੂੰ ਮੁੜ ਪ੍ਰਾਪਤ ਕਰਨ ਲਈ ਵਰਤਿਆ ਜਾਂਦਾ ਹੈ। ਡੀਮਾਡੂਲੇਸ਼ਨ ਦੀ ਜ਼ਰੂਰਤ। ਡੀਮਾਡੂਲੇਸ਼ਨ ਉਹ ਪ੍ਰਕਿਰਿਆ ਹੈ ਜਿਸ ਵਿੱਚ ਮਾਡੂਲੇਟਿਡ ਸਿਗਨਲ ਤੋਂ ਓਰੀਜਨਲ ਸਿਗਨਲ ਪ੍ਰਾਪਤ ਕੀਤਾ ਜਾਂਦਾ ਹੈ। ਬੈਂਡਵਿਡਥ ਦੀਆਂ ਜ਼ਰੂਰਤਾਂ ਨੂੰ ਘਟਾ ਕੇ ਸਿਗਨਲ ਨੂੰ ਲੰਬੀ ਦੂਰੀ ਤੇ ਟਰਾਂਸਮਿਟ ਕਰਨ ਲਈ ਸਿਗਨਲ ਦੀ ਮਾਡੂਲੇਸ਼ਨ ਕੀਤੀ ਜਾਂਦੀ ਹੈ। ਇਹ ਮਲਟੀਪਲੈਕਸਿੰਗ 'ਚ ਵੀ ਮਦਦ ਕਰਦਾ ਹੈ, ਜਿਸ ਦਾ ਮਤਲਬ ਹੈ ਕਿ ਇੱਕ ਸਿੰਗਲ ਚੈਨਲ ਤੇ ਮਲਟੀਪਲ ਸਿਗਨਲ ਟਰਾਂਸਮਿਟ ਕੀਤੇ ਜਾ ਸਕਦੇ ਨੇ, ਜਿਸ ਦੇ ਕਾਰਨ ਸਪੈਕਟਰਮ ਦੀ ਵਰਤੋਂ ਵਧੀਆ ਢੰਗ ਨਾਲ ਕੀਤੀ ਜਾ ਸਕਦੀ ਹੈ। ਮਾਡੂਲੇਸ਼ਨ ਰੇਡੀਓ ਫ੍ਰੀਕੁਐਂਸੀ ਦੀ ਮਦਦ ਨਾਲ ਕੀਤੀ ਜਾਂਦੀ ਹੈ ਜੋ ਮਨੁੱਖ ਦੀ ਆਡੀਬਲ ਰੇਂਜ ਤੋਂ ਬਾਹਰ ਹੁੰਦੀ ਹੈ। ਓਰੀਜਨਲ ਇਨਫੋਰਮੇਸ਼ਨ ਨੂੰ ਮੁੜ ਪ੍ਰਾਪਤ ਕਰਨ ਤੇ ਇਸ ਨੂੰ ਮਨੁੱਖਾਂ ਲਈ ਆਡੀਬਲ ਰੇਂਜ ਵਿੱਚ ਲਿਆਉਣ ਲਈ ਡੀਮਾਡੂਲੇਸ਼ਨ ਪ੍ਰੋਸੈਸ ਦੀ ਲੋੜ ਹੁੰਦੀ ਹੈ। ਵੱਖ-ਵੱਖ ਤਰ੍ਹਾਂ ਦੇ ਡੀਮਾਡੂਲੇਸ਼ਨ ਇਸ ਤਰ੍ਹਾਂ ਨੇ: ਐਂਪਲੀਟਿਊਡ ਡੀਮਾਡੂਲੇਸ਼ਨ, ਫ੍ਰੀਕੁਐਂਸੀ ਡੀਮਾਡੂਲੇਸ਼ਨ ਅਤੇ ਫੇਜ਼ ਡੀਮਾਡੂਲੇਸ਼ਨ। ਫ੍ਰੀਕੁਐਂਸੀ ਡੀਮਾਡੂਲੇਸ਼ਨ। ਫ੍ਰੀਕੁਐਂਸੀ ਡੀਮਾਡੂਲੇਸ਼ਨ, ਜਿਸ ਨੂੰ FM ਡੀਮਾਡੂਲੇਸ਼ਨ ਵੀ ਕਿਹਾ ਜਾਂਦਾ ਹੈ, ਇੱਕ ਕੈਰੀਅਰ ਵੇਵ ਤੋਂ ਓਰੀਜਨਲ ਇਨਫੋਰਮੇਸ਼ਨ ਸਿਗਨਲ ਨੂੰ ਐਕਸਟ੍ਰੈਕਟ ਕਰਨ ਦੀ ਪ੍ਰਕਿਰਿਆ ਹੈ ਜੋ ਫ੍ਰੀਕੁਐਂਸੀ 'ਚ ਮਾਡੂਲੇਟ ਕੀਤੀ ਗਈ ਹੈ। ਫ੍ਰੀਕੁਐਂਸੀ ਡੀਮਾਡੂਲੇਸ਼ਨ ਦੀਆਂ ਵੱਖ-ਵੱਖ ਕਿਸਮਾਂ ਨੇ: ਸਲੋਪ ਡਿਟੈਕਟਰ, ਰੇਸ਼ੀਓ ਡਿਟੈਕਟਰ, ਫੇਜ਼ ਲੌਕਡ ਲੂਪ ਜਾਂ PPL। ਸਲੋਪ ਡਿਟੈਕਟਰ। ਸਲੋਪ ਡਿਟੈਕਟਰ ਫ੍ਰੀਕੁਐਂਸੀ ਡੀਮਾਡੂਲੇਸ਼ਨ ਲਈ ਵਰਤਿਆ ਜਾਣ ਵਾਲਾ ਆਸਾਨ ਤਰੀਕਾ ਹੈ। ਇਹ ਇਸ ਤੱਥ ਤੇ ਨਿਰਭਰ ਕਰਦਾ ਹੈ ਕਿ FM ਸਿਗਨਲ 'ਚ ਫ੍ਰੀਕੁਐਂਸੀ ਡੇਵੀਏਸ਼ਨ ਸਿਗਨਲ ਦੀ ਸਲੋਪ 'ਚ ਤਬਦੀਲੀਆਂ ਨਾਲ ਮੇਲ ਖਾਂਦਾ ਹੈ। ਆਪਰੇਸ਼ਨ। FM ਸਿਗਨਲ ਨੂੰ ਇੱਕ ਸਰਕਿਟ ਵਿੱਚੋਂ ਲੰਘਾਇਆ ਜਾਂਦਾ ਹੈ ਜੋ ਇਸ ਦੀ ਸਲੋਪ 'ਚ ਤਬਦੀਲੀਆਂ ਦਾ ਪਤਾ ਲਗਾਉਂਦਾ ਹੈ। ਇਸ ਸਰਕਿਟ ਦਾ ਆਉਟਪੁੱਟ ਫ੍ਰੀਕੁਐਂਸੀ ਡੇਵੀਏਸ਼ਨ ਦੇ ਅਨੁਪਾਤੀ ਹੈ ਤੇ ਇਸ ਤਰ੍ਹਾਂ ਮਾਡੂਲੇਟਿੰਗ ਸਿਗਨਲ ਨੂੰ ਮੁੜ ਪ੍ਰਾਪਤ ਕੀਤਾ ਜਾ ਸਕਦਾ ਹੈ। ਰੇਸ਼ੀਓ ਡਿਟੈਕਟਰ। ਰੇਸ਼ੀਓ ਡਿਟੈਕਟਰ ਇੱਕ ਵਧੇਰੇ ਵਧੀਆ ਟੈਕਨੀਕ ਹੈ ਜੋ ਇਨਪੁੱਟ FM ਸਿਗਨਲ ਅਤੇ ਇੱਕ ਲੋਕਲ ਆਸੀਲੇਟਰ ਦੇ ਵਿਚਕਾਰ ਫੇਜ਼ ਡਿਫਰੈਂਸਸ ਨੂੰ ਕੰਪੇਅਰ ਕਰਦਾ ਹੈ। ਆਪਰੇਸ਼ਨ। ਇਨਪੁੱਟ FM ਸਿਗਨਲ ਨੂੰ ਕੈਰੀਅਰ ਫ੍ਰੀਕੁਐਂਸੀ ਤੇ ਲੋਕਲ ਆਸੀਲੇਟਰ ਸਿਗਨਲ ਨਾਲ ਮਿਲਾਇਆ ਜਾਂਦਾ ਹੈ। ਇਨ੍ਹਾਂ ਸਿਗਨਲਸ ਦੇ ਵਿਚਕਾਰ ਫੇਜ਼ ਡਿਫਰੈਂਸਸ ਦੀ ਫਿਰ ਤੁਲਨਾ ਕੀਤੀ ਜਾਂਦੀ ਹੈ ਤੇ ਆਉਟਪੁੱਟ ਫ੍ਰੀਕੁਐਂਸੀ ਡੇਵੀਏਸ਼ਨ ਤੋਂ ਪ੍ਰੋਪੋਰਸ਼ਨਲ ਹੁੰਦੀ ਹੈ। ਫੇਜ਼ ਲੌਕਡ ਲੂਪ ਜਾਂ PLL। ਫੇਜ਼ ਲੌਕਡ ਲੂਪ FM ਸਿਗਨਲ ਲਈ ਇੱਕ ਵਿਆਪਕ ਤੌਰ ਤੇ ਵਰਤੀ ਜਾਂਦੀ ਡੀਮਾਡੂਲੇਸ਼ਨ ਟੈਕਨੀਕ ਹੈ। ਇਹ ਕੈਰੀਅਰ ਵੇਵ ਦੇ ਫੇਜ਼ ਤੇ ਲੌਕ ਕਰਦੀ ਹੈ ਤੇ ਇਸ ਦੀਆਂ ਫ੍ਰੀਕੁਐਂਸੀ ਵੇਰੀਏਸ਼ਨਸ ਨੂੰ ਟਰੈਕ ਕਰਦੀ ਹੈ। ਆਪਰੇਸ਼ਨ। ਇਨਕਮਿੰਗ FM ਸਿਗਨਲ ਦੀ ਤੁਲਨਾ ਵੋਲਟੇਜ ਕੰਟਰੋਲਡ ਆਸੀਲੇਟਰ ਜਾਂ VCCO ਆਉਟਪੁੱਟ ਨਾਲ ਕੀਤੀ ਜਾਂਦੀ ਹੈ। ਡੀਮਾਡੂਲੇਸ਼ਨ ਦੇ ਫਾਇਦੇ। ਇਹ ਸਿੰਗਲ ਚੈਨਲ ਰਾਹੀਂ ਇੱਕ ਸਿਗਨਲ ਨੂੰ ਲੰਘਾ ਕੇ ਬੈਂਡਵਿਡਥ ਦੀ ਕੁਸ਼ਲ ਵਰਤੋਂ ਵਿੱਚ ਮਦਦ ਕਰਦਾ ਹੈ। ਇਹ ਓਰੀਜਨਲ ਸਿਗਨਲ ਨੂੰ ਮੁੜ ਪ੍ਰਾਪਤ ਕਰਨ 'ਚ ਮਦਦ ਕਰਦਾ ਹੈ ਜੋ ਕਿ ਇਸ ਤੋਂ ਓਰੀਜਨਲ ਇਨਫੋਰਮੇਸ਼ਨ ਪ੍ਰਾਪਤ ਕਰਨ ਲਈ ਜ਼ਰੂਰੀ ਹੈ। ਇਹ ਨॉइस ਇਮਿਊਨਿਟੀ ਨੂੰ ਸੁਧਾਰਦਾ ਹੈ ਜੋ ਸਿਗਨਲਸ ਦੇ ਭਰੋਸੇ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। ਇਹ AM, FM ਅਤੇ PM ਸਿਗਨਲਸ ਨੂੰ ਡੀਮਾਡੂਲੇਟ ਕਰ ਸਕਦਾ ਹੈ। ਇਹ ਡੀਮਾਡੂਲੇਸ਼ਨ ਦੀ ਵਿਭਿੰਨਤਾ ਨੂੰ ਸੁਧਾਰਨ 'ਚ ਮਦਦ ਕਰਦਾ ਹੈ ਤੇ ਐਪਲੀਕੇਸ਼ਨਾਂ ਦੀ ਇੱਕ ਵਿਸ਼ਾਲ ਸ਼੍ਰੇਣੀ 'ਚ ਵਰਤਿਆ ਜਾ ਸਕਦਾ ਹੈ। ਡੀਮਾਡੂਲੇਸ਼ਨ ਦੀ ਵਰਤੋਂ। ਰਡਾਰ ਸਿਸਟਮ। ਰੇਂਜ, ਐਂਗਲ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਕੱਢਣ ਲਈ ਰਡਾਰ ਸਿਸਟਮ 'ਚ ਡੀਮਾਡੂਲੇਸ਼ਨ ਟੈਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਨੈਵੀਗੇਸ਼ਨ, ਵੈਦਰ ਮੋਨੀਟਰਿੰਗ ਤੇ ਡਿਫੈਂਸ ਦੇ ਵਿੱਚ ਮਦਦ ਕਰਦਾ ਹੈ। ਟੈਲੀਵਿਜ਼ਨ। ਡੀਮਾਡੂਲੇਸ਼ਨ ਟੈਕਨੀਕ ਦੀ ਵਰਤੋਂ ਵੀਡੀਓ ਅਤੇ ਆਡੀਓ ਸਿਗਨਲਸ ਨੂੰ ਮੁੜ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ਜੋ ਟੈਲੀਵਿਜ਼ਨ ਪ੍ਰੋਗਰਾਮਸ ਨੂੰ ਸਹੀ ਢੰਗ ਨਾਲ ਪ੍ਰਦਰਸ਼ਿਤ ਕਰਨ 'ਚ ਮਦਦ ਕਰਦੀ ਹੈ। ਰੇਡੀਓ ਬ੍ਰਾਡਕਾਸਟਿੰਗ।
ਡੀਮੋਡੂਲੇਸ਼ਨ ਦੀ ਵਰਤੋਂ ਆਡੀਓ ਸਿਗਨਲਸ ਨੂੰ ਐਕਸਟ੍ਰੈਕਟ ਕਰਨ ਲਈ ਕੀਤੀ ਜਾਂਦੀ ਹੈ ਜੋ ਬ੍ਰੌਡਕਾਸਟ ਕੀਤੇ ਜਾਂਦੇ ਨੇ। ਇਹ ਫ੍ਰੀਕੁਐਂਸੀ ਸਪੈਕਟਰਾ ਦੀ ਵਿਸ਼ਾਲ ਸ਼੍ਰੇਣੀ ਤੇ ਬ੍ਰੌਡਕਾਸਟ ਕਰਨ ਲਈ AM ਅਤੇ FM ਸਿਗਨਲਸ ਨੂੰ ਮੁੜ ਪ੍ਰਾਪਤ ਕਰ ਸਕਦਾ ਹੈ। ਅੰਡਰ ਵਾਟਰ ਕਮਿਊਨੀਕੇਸ਼ਨ। ਅੰਡਰ ਵਾਟਰ ਕਮਿਊਨੀਕੇਸ਼ਨ ਲਈ ਐਕੋਸਟਿਕ ਸਿਗਨਲਸ ਵਰਤੇ ਜਾਂਦੇ ਨੇ। ਡੂੰਘੇ ਸਮੁੰਦਰ ਤੋਂ ਆਉਣ ਵਾਲੀ ਓਰੀਜਨਲ ਇਨਫੋਰਮੇਸ਼ਨ ਪ੍ਰਾਪਤ ਕਰਨ ਲਈ ਇਹਨਾਂ ਸਿਗਨਲਸ ਨੂੰ ਡੀਮੋਡੂਲੇਟ ਕਰਨ ਦੀ ਲੋੜ ਹੈ। ਮੈਡੀਕਲ ਡੀਮੋਡੂਲੇਸ਼ਨ ਟੈਕਨੀਕ ਦੀ ਵਰਤੋਂ ਅੰਦਰੂਨੀ ਅੰਗਾਂ ਦੀ ਇਮੇਜ ਬਣਾਉਣ ਲਈ ਕੀਤੀ ਜਾਂਦੀ ਹੈ। ਇਹ MRI ਅਤੇ ਅਲਟਰਾਸਾਊਂਡ 'ਚ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ। ਇਸ ਤੋਂ ਬਾਅਦ ਆਓ ਵੌਇਸ ਲਿੰਕ ਦੁਆਰਾ OFC ਟ੍ਰੇਨਰ ਕਿਟ ਦੀ ਵਰਤੋਂ ਕਰਦੇ ਹੋਏ FM ਮੋਡੂਲੇਸ਼ਨ ਅਤੇ ਡੀਮੋਡੂਲੇਸ਼ਨ ਕਰੀਏ। ਇਸ ਦੇ ਲਈ ਤੁਹਾਨੂੰ ਹੇਠਾਂ ਦਿੱਤੇ ਸਾਧਨਾਂ ਤੇ ਇਕੁਇਪਮੈਂਟਸ ਦੀ ਲੋੜ ਪਵੇਗੀ, ਜਿਵੇਂ ਕਿ ਆਪਟੀਕਲ ਫਾਈਬਰ ਕਮਿਊਨੀਕੇਸ਼ਨ OFC ਟ੍ਰੇਨਰ ਕਿਟ 1, ਫਾਈਬਰ ਆਪਟਿਕ ਕੇਬਲ 1, ਬਨਾਨਾ ਪਿੰਸ ਲੋੜ ਅਨੁਸਾਰ, ਮਾਈਕ 1। ਆਓ ਹੁਣ ਵੌਇਸ ਲਿੰਕ ਦੁਆਰਾ OFC ਟ੍ਰੇਨਰ ਕਿਟ ਦੀ ਵਰਤੋਂ ਕਰਦੇ ਹੋਏ FM ਮੋਡੂਲੇਸ਼ਨ ਅਤੇ ਡੀਮੋਡੂਲੇਸ਼ਨ ਕਰਨ ਦੇ ਸਟੈਪਸ ਨੂੰ ਦੇਖੀਏ। ਪਾਵਰ ਸਪਲਾਈ ਕਨੈਕਸ਼ਨ। ਸਹੀ ਕੰਮ ਨੂੰ ਯਕੀਨੀ ਬਣਾਉਣ ਲਈ OFC ਟ੍ਰੇਨਰ ਕਿਟ ਲਈ ਪਾਵਰ ਕਨੈਕਸ਼ਨ ਸਥਾਪਿਤ ਕਰਕੇ ਸ਼ੁਰੂਆਤ ਕਰੀਏ। ਡਿਵਾਈਸ ਦੀਆਂ ਪਾਵਰ ਕਾਰਡਸ ਨੂੰ ਉਹਨਾਂ ਦੇ ਪਾਵਰ ਆਊਟਲੈਟ 'ਚ ਪਲੱਗ ਇਨ ਕਰਕੇ ਸ਼ੁਰੂ ਕਰੋ। ਅੱਗੇ ਵਧਣ ਤੋਂ ਪਹਿਲਾਂ 2 ਵਾਰ ਜਾਂਚ ਕਰੋ ਕਿ ਪਾਵਰ ਸਵਿਚ ਔਨ ਪੋਜੀਸ਼ਨ 'ਚ ਹੈ। ਮਾਈਕ੍ਰੋਫੋਨ ਨੂੰ ਕਨੈਕਟ ਕਰੋ। ਪਹਿਲਾ ਸਟੈਪ ਮਾਈਕ੍ਰੋਫੋਨ ਨੂੰ OFC ਟ੍ਰੇਨਰ ਕਿਟ ਦੇ ਆਡੀਓ ਇਨਪੁਟ ਸਰਕਟ ਦੇ ਨਾਲ ਕਨੈਕਟ ਕਰਨਾ ਹੈ। ਇਹ ਸਾਨੂੰ ਆਡੀਓ ਸਿਗਨਲ ਨੂੰ ਇਨਪੁਟ ਕਰਨ ਦੇ ਯੋਗ ਬਣਾਵੇਗਾ ਜੋ ਅਸੀਂ ਆਪਟੀਕਲ ਫਾਈਬਰ ਕਮਿਊਨੀਕੇਸ਼ਨ ਸਿਸਟਮ ਰਾਹੀਂ ਟਰਾਂਸਮਿਟ ਕਰਨਾ ਚਾਹੁੰਦੇ ਹਾਂ। ਇਹ ਯਕੀਨੀ ਬਣਾਓ ਕਿ ਕਨੈਕਸ਼ਨ ਕਿਸੇ ਵੀ ਸਿਗਨਲ ਲਾਸ ਜਾਂ ਇੰਟਰਫੇਸ ਨੂੰ ਰੋਕਣ ਲਈ ਸੁਰੱਖਿਅਤ ਢੰਗ ਨਾਲ ਬਣਾਏ ਗਏ ਨੇ। ਫ੍ਰੀਕੁਐਂਸੀ ਮੋਡੂਲੇਟਰ ਦੇ ਨਾਲ ਕਨੈਕਟ ਕਰੋ। ਆਓ ਅੱਗੇ ਵੌਇਸ ਲਿੰਕ ਨੂੰ ਫ੍ਰੀਕੁਐਂਸੀ ਮੋਡੂਲੇਸ਼ਨ ਦੇ ਨਾਲ ਕਨੈਕਟ ਕਰਕੇ ਮੋਡੂਲੇਸ਼ਨ ਲਈ ਤਿਆਰ ਕਰੀਏ। ਇਸ ਦੇ ਲਈ OFC ਟ੍ਰੇਨਰ ਕਿਟ ਤੇ ਆਡੀਓ ਇਨਪੁਟ ਸਰਕਟ ਦੇ ਆਉਟਪੁੱਟ ਪੋਰਟ ਦਾ ਪਤਾ ਲਗਾਓ। ਇੱਕ ਸਹੀ ਕੇਬਲ ਦੀ ਵਰਤੋਂ ਕਰਦੇ ਹੋਏ ਆਡੀਓ ਇਨਪੁਟ ਸਰਕਟ ਤੋਂ ਆਉਟਪੁੱਟ ਸਿਗਨਲ ਲਓ ਅਤੇ ਇਸ ਨੂੰ ਫ੍ਰੀਕੁਐਂਸੀ ਮੋਡੂਲੇਟਰ ਦੇ ਇਨਪੁੱਟ ਪੋਰਟ ਨਾਲ ਕਨੈਕਟ ਕਰੋ। ਟਰਾਂਸਮਿਸ਼ਨ ਦੇ ਲਈ ਤਿਆਰ ਕਰੋ। ਹੁਣ ਫ੍ਰੀਕੁਐਂਸੀ ਮੋਡੂਲੇਟਰ ਦੀ ਆਉਟਪੁੱਟ ਨੂੰ ਐਮੀਟਰ ਸਰਕਟ ਦੇ ਇਨਪੁੱਟ ਨਾਲ ਕਨੈਕਟ ਕਰੋ। ਇਸ ਆਉਟਪੁੱਟ ਪੋਰਟ ਨੂੰ ਐਮੀਟਰ ਸਰਕਟ ਦੇ ਇਨਪੁੱਟ ਪੋਰਟ ਨਾਲ ਕਨੈਕਟ ਕਰਨ ਲਈ ਇੱਕ ਸਹੀ ਕੇਬਲ ਦੀ ਵਰਤੋਂ ਕਰੋ। ਐਮੀਟਰ ਸਰਕਟ ਵਿੱਚ ਸੰਭਾਵਿਤ ਤੌਰ ਤੇ ਐਨਾਲੌਗ ਅਤੇ ਡਿਜੀਟਲ ਮੋਡ ਸਮੇਤ ਵੱਖ-ਵੱਖ ਆਪਰੇਟਿੰਗ ਮੋਡਸ ਹੁੰਦੇ ਨੇ। ਫਾਈਬਰ ਆਪਟਿਕ ਕੇਬਲ ਦੇ ਰਾਹੀਂ ਟਰਾਂਸਮਿਸ਼ਨ ਲਈ ਸਾਨੂੰ ਐਮੀਟਰ ਸਰਕਟ ਨੂੰ ਡਿਜੀਟਲ ਮੋਡ ਤੇ ਸੈੱਟ ਕਰਨ ਦੀ ਲੋੜ ਹੁੰਦੀ ਹੈ। ਅਗਲਾ ਸਟੈਪ ਫਾਈਬਰ ਆਪਟਿਕ ਕੇਬਲ ਦੇ ਇੱਕ ਸਿਰੇ ਨੂੰ ਐਮੀਟਰ ਸਰਕਟ ਦੇ ਆਉਟਪੁੱਟ ਟਰਮੀਨਲ ਦੇ ਨਾਲ ਕਨੈਕਟ ਕਰਨਾ ਹੈ। ਇਸ ਤੋਂ ਬਾਅਦ ਫਾਈਬਰ ਆਪਟਿਕ ਕੇਬਲ ਦੇ ਦੂਜੇ ਸਿਰੇ ਨੂੰ ਡਿਟੈਕਟਰ ਸਰਕਟ ਦੇ ਇਨਪੁੱਟ ਦੇ ਨਾਲ ਕਨੈਕਟ ਕਰਾਂਗੇ। ਇਹ ਯਕੀਨੀ ਬਣਾਓ ਕਿ ਫਾਈਬਰ ਆਪਟਿਕ ਕੇਬਲ ਦੋਵੇਂ ਸਿਰਿਆਂ ਤੇ ਕਨੈਕਟਡ ਹੈ। ਸੇਫਟੀ ਟਿਪ: ਫਾਈਬਰ ਸਟ੍ਰੈਂਡਸ ਅਤੇ ਕਨੈਕਟਰਸ ਨੂੰ ਨੁਕਸਾਨ ਤੋਂ ਬਚਾਉਣ ਲਈ ਫਾਈਬਰ ਆਪਟਿਕ ਕੇਬਲ ਨੂੰ ਧਿਆਨ ਨਾਲ ਫੜਨਾ ਜ਼ਰੂਰੀ ਹੈ। ਡੀਮੋਡੂਲੇਸ਼ਨ ਸੈਟਅਪ। ਡਿਟੈਕਟਰ ਸਰਕਟ ਦੇ ਆਉਟਪੁੱਟ ਨੂੰ ਕੰਪੈਰੇਟਰ ਸਰਕਟ ਦੇ ਇਨਪੁੱਟ ਨਾਲ ਕਨੈਕਟ ਕਰੋ। ਇਹ ਯਕੀਨੀ ਬਣਾਓ ਕਿ ਕੇਬਲ ਦਾ ਇਹ ਸਿਰਾ ਕੰਪੈਰੇਟਰ ਦੇ ਇਨਪੁੱਟ ਪੋਰਟ ਦੇ ਅਨੁਕੂਲ ਸਹੀ ਕਨੈਕਟਰਸ ਦੇ ਨਾਲ ਜੋੜਿਆ ਗਿਆ ਹੈ। ਇਸ ਤੋਂ ਬਾਅਦ ਅਸੀਂ ਕੰਪੈਰੇਟਰ ਦੇ ਆਉਟਪੁੱਟ ਨੂੰ ਫੇਜ਼ ਲੌਕਡ ਲੂਪ PLL ਡਿਟੈਕਟਰ ਦੇ ਇਨਪੁੱਟ ਨਾਲ ਕਨੈਕਟ ਕਰਾਂਗੇ। ਇਸ ਕਨੈਕਸ਼ਨ ਨੂੰ ਜੋੜਨ ਲਈ ਸਹੀ ਕੇਬਲਸ ਜਾਂ ਕਨੈਕਟਰਸ ਦੀ ਵਰਤੋਂ ਕਰੋ। ਇਹ ਯਕੀਨੀ ਬਣਾਓ ਕਿ ਕੰਪੈਰੇਟਰ ਤੋਂ PLL ਡਿਟੈਕਟਰ ਤੱਕ ਸਿਗਨਲ ਪਾਥ ਸਹੀ ਢੰਗ ਨਾਲ ਕਨੈਕਟਡ ਹੈ। ਡੀਮੋਡੂਲੇਸ਼ਨ ਸਿਗਨਲ ਨੂੰ ਨੋਟ ਕਰੋ। ਇਸ ਤੋਂ ਬਾਅਦ ਅਸੀਂ PLL ਡਿਟੈਕਟਰ ਦੇ ਆਉਟਪੁੱਟ ਨੂੰ ਲੋ ਪਾਸ ਫਿਲਟਰ ਸਰਕਟ ਦੇ ਇਨਪੁੱਟ ਨਾਲ ਕਨੈਕਟ ਕਰਾਂਗੇ। ਲੋ ਪਾਸ ਫਿਲਟਰ ਸਰਕਟ ਡੀਮੋਡੂਲੇਟਡ ਸਿਗਨਲ 'ਚ ਮੌਜੂਦ ਕਿਸੇ ਵੀ ਹਾਈ ਫ੍ਰੀਕੁਐਂਸੀ ਨੋਇਸ ਜਾਂ ਇੰਟਰਫੇਸ ਨੂੰ ਹਟਾਉਣ 'ਚ ਮਦਦ ਕਰਦਾ ਹੈ। ਇਸ ਤੋਂ ਬਾਅਦ ਸਾਨੂੰ ਨੋਟ ਕਰਨ ਲਈ ਇੱਕ ਸਹੀ ਐਂਪਲੀਟਿਊਡ ਪ੍ਰਾਪਤ ਕਰਨ ਲਈ ਫਿਲਟਰ ਸਿਗਨਲ ਨੂੰ ਐਂਪਲੀਫਾਈ ਕਰਨਾ ਪੈਂਦਾ ਹੈ। ਇਸ ਦੇ ਲਈ ਉਚਿਤ ਕੇਬਲਸ ਜਾਂ ਕਨੈਕਟਰਸ ਦੀ ਵਰਤੋਂ ਕਰਕੇ ਲੋ ਪਾਸ ਫਿਲਟਰ ਸਰਕਟ ਦੇ ਆਉਟਪੁੱਟ ਨੂੰ ਐਂਪਲੀਫਾਇਰ ਸਰਕਟ ਦੇ ਇਨਪੁੱਟ ਨਾਲ ਕਨੈਕਟ ਕਰੋ। ਓਰੀਜਨਲ ਸਿਗਨਲ ਨੂੰ ਮੁੜ ਪ੍ਰਾਪਤ ਕਰਨਾ।
ਹੁਣ ਸਹੀ ਕੇਬਲ ਦੀ ਵਰਤੋਂ ਕਰਕੇ ਐਂਪਲੀਫਾਇਰ ਸਰਕਟ ਦੇ ਆਉਟਪੁੱਟ ਨੂੰ ਆਡੀਓ ਆਉਟਪੁੱਟ ਸਰਕਟ ਦੇ ਇਨਪੁੱਟ ਦੇ ਨਾਲ ਕਨੈਕਟ ਕਰੋ। ਡੀਮੋਡੂਲੇਸ਼ਨ ਸਿਗਨਲ ਨੂੰ ਸੁਣੋ। ਡੀਮੋਡਿਊਲ ਕੀਤੇ ਵੌਇਸ ਲਿੰਕ ਨੂੰ ਸੁਣਨ ਲਈ ਸਾਨੂੰ ਹੈੱਡਫੋਨ ਨੂੰ ਆਡੀਓ ਆਉਟਪੁੱਟ ਸਰਕਟ ਦੇ ਆਉਟਪੁੱਟ ਨਾਲ ਕਨੈਕਟ ਕਰਨਾ ਪਵੇਗਾ। ਬਿਨਾਂ ਹੈੱਡਫੋਨ ਦੇ ਅਸੀਂ ਇਨਬਿਲਟ ਸਪੀਕਰ ਦੀ ਵਰਤੋਂ ਕਰਕੇ ਆਡੀਓ ਆਉਟਪੁੱਟ ਸਰਕਟ ਬਲਾਕ ਤੋਂ ਵੌਇਸ ਲਿੰਕ ਨੂੰ ਸਿੱਧਾ ਸੁਣ ਸਕਦੇ ਹਾਂ। Fiber optic communication. Okay. ਇਸ ਨਾਲ ਆਪਾਂ ਇਸ ਸੈਸ਼ਨ ਦੇ ਅੰਤ ਵਿੱਚ ਆਉਂਦੇ ਹਾਂ। ਇਸ ਸੈਸ਼ਨ ਵਿੱਚ ਅਸੀਂ ਇਹ ਸਿੱਖਿਆ ਹੈ ਫ੍ਰੀਕੁਐਂਸੀ ਮੋਡੂਲੇਸ਼ਨ ਅਤੇ ਡੀਮੋਡੂਲੇਸ਼ਨ, ਵੌਇਸ ਲਿੰਕ ਦੁਆਰਾ OFC ਟ੍ਰੇਨਰ ਕਿਟ ਦੀ ਵਰਤੋਂ ਕਰਦੇ ਹੋਏ ਫ੍ਰੀਕੁਐਂਸੀ ਮੋਡੂਲੇਸ਼ਨ ਅਤੇ ਡੀਮੋਡੂਲੇਸ਼ਨ ਦਾ ਪ੍ਰਦਰਸ਼ਨ ਕਰਨਾ। ਦੇਖਣ ਲਈ ਧੰਨਵਾਦ। ਅਸੀਂ ਤੁਹਾਨੂੰ ਅਗਲੇ ਸੈਸ਼ਨ ਵਿੱਚ ਮਿਲਾਂਗੇ।